ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਮੈਂ ਇਸ ਬਹੁਤ ਪੁਰਾਤਨ ਪਿੱਪਲ ਦੇ ਥੱਲੇ ਖੜਾ ਹਾਂ, ਪਿੰਡ ਰਾਣਾ, ਫਾਜ਼ਿਲਕੇ ਦਾ, ਤੇ ਫਾਜ਼ਿਲਕੇ ਦੇ ਨੇੜੇ ਪੈਂਦਾ ਪਿੰਡ ਹੈ। ਇੱਥੋਂ ਦਾ ਪਾਣੀ ਵੀ ਮਿੱਠਾ ਸੁਣੀਦਾ ਹੈ ਤੇ ਜਿਹੜੇ ਪਿੱਪਲ ਥੱਲੇ ਮੈਂ ਖੜਾ ਇਹ ਵੰਡ ਤੋਂ ਪਹਿਲਾਂ ਦਾ ਹੈ। ਇੱਥੋਂ ਦੇ ਜਿਹੜੇ ਚੌਧਰੀ ਜਾਂ ਜਗੀਰਦਾਰ ਸੀਗੇ ਉਹ ਇੱਥੇ ਆਪਦਾ ਮਨੋਰੰਜਨ ਦਾ ਸਾਧਨ ਵੀ ਇਹਨੂੰ ਬਣਾਇਆ ਕਰਦੇ ਸੀ। ਇਸ ਪਿੱਪਲ ਨੇ ਉਹ ਵੰਡ ਜਾਂ ਉਹ ਚੀਜ਼ਾਂ ਆਪਣੀ ਅੱਖੀਂ ਕਹਿ ਸਕਦੇ ਦੇਖੀਆਂ, ਆਪਣੀ ਛਾਂ ਥੱਲੇ ਮਹਿਸੂਸ ਕੀਤੀਆਂ। ਇਸ ਪਿੰਡ ਨੂੰ ਅੱਜ, ਇਸ ਪਿੰਡ ਦਾ ਜਿੱਥੇ ਪਾਣੀ ਮਿੱਠਾ ਹੈ ਉੱਥੇ ਇੱਕ ਅੱਜ ਮਿੱਠੀ ਗੱਲ ਹੋਰ ਵੀ ਇਸ ਪਿੰਡ ਦੇ ਵਿੱਚ ਆਈ ਹੈ ਕਿ ਇਸ ਪਿੰਡ ਦੀ ਨੌਜਵਾਨ ਕੁੜੀ ਪੂਨਮ ਕੰਬੋਜ UPSC ਦਾ ਐਗਜ਼ਾਮ ਉਹਨੇ ਪਾਸ ਕੀਤਾ। ਛੋਟੇ ਜਿਹੇ ਪਿੰਡ 'ਚੋਂ ਪਹਿਲੀ ਵਾਰ ਕੋਈ ਲੜਕੀ ਨੇ ਇਹ ਜਿਹੜੀ ਹੈ ਜੀ ਛਲਾਂਗ ਮਾਰੀ। ਸਾਡੇ ਨਾਲ ਨੇ 2022 ਦਾ ਰਿਜ਼ਲਟ ਆਇਆ, ਉਹਨਾਂ ਦੀ ਸਿਲੈਕਸ਼ਨ ਹੋਈ ਹੈ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ, ਫਿਰ ਜਾਣਦੇ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਸਰ, ਠੀਕ ਠਾਕ ਹੋ? ਪਹਿਲਾਂ ਤਾਂ ਬਹੁਤ ਬਹੁਤ ਵਧਾਈ ਤੁਹਾਨੂੰ, 2022 ਦਾ ਜਿਹੜਾ ਤੁਹਾਡਾ ਐਗਜ਼ਾਮ ਪੂਰਾ ਕੰਪਲੀਟ ਹੋਇਆ ਤੇ ਤੁਹਾਡੀ ਜਿਹੜੀ ਸਿਲੈਕਸ਼ਨ ਹੋਈ। ਥੈਂਕ ਯੂ ਸੋ ਮਚ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੋੜ੍ਹਾ ਜਿਹਾ ਪੜ੍ਹਾਈ ਬਾਰੇ ਦੱਸੋ। ਸ਼ੁਰੂਆਤ 'ਚ ਪ੍ਰਾਇਮਰੀ ਸਕੂਲ ਕਿੱਥੇ ਸੀ ਤੇ ਹਾਈ ਸਕੂਲ ਕਿੱਥੇ ਗਏ, ਕਾਲਜ ਕਿੱਥੇ ਗਏ? ਸਰ ਮੈਂ 8th ਤੱਕ ਤਾਂ ਪਿੰਡ ਦੇ ਹੀ ਇੱਕ ਹਿੰਦੀ ਮੀਡੀਅਮ ਸਕੂਲ ਦੇ ਵਿੱਚ ਸੀ, ਸਰਵਿਤਕਾਰੀ ਵਿਦਿਆ ਮੰਦਿਰ। ਅੱਛਾ ਜੀ। ਅਤੇ ਉਸ ਤੋਂ ਬਾਅਦ ਸਰ ਮੈਂ 12th ਤੱਕ ਫਾਜ਼ਿਲਕਾ ਦੇ ਗਵਰਨਮੈਂਟ ਗਰਲ ਸਕੂਲ ਦੇ ਵਿੱਚ ਸੀ। ਅਤੇ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਫਾਜ਼ਿਲਕਾ ਦੇ MR ਗਵਰਨਮੈਂਟ ਕਾਲਜ ਤੋਂ ਕੀਤੀ ਹੈ ਸਰ, ਅਤੇ ਪੋਸਟ ਗ੍ਰੈਜੂਏਸ਼ਨ ਸ਼੍ਰੀ ਗੰਗਾ ਨਗਰ ਤੋਂ ਕੀਤੀ। ਜਦੋਂ ਇਹ ਸਾਰਾ ਕੁਝ ਕਰ ਲਿਆ ਫਿਰ ਕਦੋਂ ਮਨ ਬਣਿਆ ਕਿ UPSC ਵੱਲ ਜਾਣਾ, ਸਿਵਲ ਸਰਵਿਸ ਵੱਲ ਜਾਣਾ? ਸਰ ਸਿਵਲ ਸਰਵਿਸਿਜ਼ ਵਿੱਚ ਜਾਣ ਦਾ ਜੋ ਸੁਪਨਾ ਸੀ ਉਹ ਮੈਂ ਗ੍ਰੈਜੂਏਸ਼ਨ ਦੇ ਟਾਈਮ ਤੋਂ ਹੀ ਦੇਖ ਲਿਆ ਸੀ। ਅਤੇ ਮੇਰੇ ਫਾਦਰ ਸਾਹਿਬ ਦੀ ਹਮੇਸ਼ਾ ਤੋਂ ਇਹ ਸੋਚ ਰਹੀ ਸੀ ਕਿ ਅਸੀਂ ਕੁੜੀਆਂ ਦੇ ਜ਼ਰੀਏ ਸਮਾਜ ਨੂੰ ਚੰਗਾ ਸੰਦੇਸ਼ ਦੇਈਏ। ਕਿਆ ਬਾਤ। ਅਤੇ ਬਸ ਉਸੇ ਇਨਸਪੀਰੇਸ਼ਨ ਤੋਂ ਹੀ ਇਸ ਜਰਨੀ ਦੀ ਸਟਾਰਟਿੰਗ ਹੁੰਦੀ ਹੈ। ਅਤੇ ਗ੍ਰੈਜੂਏਸ਼ਨ ਦੇ ਬਾਅਦ ਮੈਂ ਆਪਣੀ ਪ੍ਰੈਪਰੇਸ਼ਨ ਨੂੰ ਬਹੁਤ ਡੈਡੀਕੇਟਡਲੀ ਸਟਾਰਟ ਕਰਦੀ ਹਾਂ। ਐਕਚੁਅਲੀ ਮੈਂ ਤੁਹਾਨੂੰ ਇੱਕ ਰੋਕਦਾ ਹਾਂ ਵੀ ਜਦੋਂ ਬੰਦਾ ਸਟੂਡੈਂਟ ਲਾਈਫ 'ਚ ਹੁੰਦਾ ਹੈ, ਜਦੋਂ ਉਹਨੇ ਕੋਈ ਇਸ ਤਰ੍ਹਾਂ ਡਿਸੀਜਨ ਲੈਣਾ ਹੁੰਦਾ, ਸਭ ਤੋਂ ਪਹਿਲਾਂ ਉਹ, ਜਦੋਂ ਤੁਸੀਂ ਸਧਾਰਨ ਸਕੂਲ ਕਾਲਜਾਂ 'ਚ ਪੜ੍ਹੇ ਹੋ, ਸਭ ਤੋਂ ਪਹਿਲਾਂ ਉਹਨੂੰ ਲੱਭਦਾ ਹੀ ਨਹੀਂ ਵੀ ਪੜ੍ਹਨਾ ਕੀ ਹੈ, ਤਿਆਰੀ ਕਿਵੇਂ ਕਰਨੀ ਹੈ। ਮੈਨੂੰ ਪਤਾ ਲੱਗਿਆ ਤੁਸੀਂ ਕੋਚਿੰਗ ਇੰਸਟੀਟਿਊਟ ਵੀ ਨਹੀਂ ਗਏ। ਹਾਂਜੀ। ਇਹ ਲੱਭਿਆ ਕਿਵੇਂ, ਸਿਲੇਬਸ ਕਿਵੇਂ ਲੱਭਿਆ? ਸਰ ਇਹ ਇੱਕ ਲੰਬਾ ਪ੍ਰੋਸੈਸ ਰਿਹਾ ਹੈ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਕੋਈ ਪਰਸਨਲ ਗਾਈਡੈਂਸ ਨਹੀਂ ਸੀਗੀ ਇਸ ਇਲਾਕੇ ਦੇ ਵਿੱਚ। ਤਾਂ ਸਰ ਮੈਂ ਇੰਟਰਨੈਟ ਦੇ ਉੱਪਰ ਸਰਚ ਕੀਤੀ, ਬਹੁਤ ਜ਼ਿਆਦਾ ਟਾਈਮ ਵੀ ਲੱਗਿਆ ਇਸ ਪੂਰੇ ਪ੍ਰੋਸੈਸ ਦੇ ਵਿੱਚ, ਅਤੇ ਕਈ ਵਾਰ ਚੀਜ਼ਾਂ ਸਮਝ ਨਹੀਂ ਵੀ ਸੀ ਆਉਂਦੀਆਂ। ਇਸ ਐਗਜ਼ਾਮ ਦੀ ਜੋ ਸੈਕਿੰਡ ਸਟੇਜ ਹੈ ਮੇਨਸ, ਉਹਦੇ ਵਿੱਚ 9 ਪੇਪਰਸ ਹੁੰਦੇ ਨੇ, ਅਤੇ ਮੈਨੂੰ ਬਹੁਤ ਲੰਬੇ ਟਾਈਮ ਤੱਕ ਇਹੀ ਨਹੀਂ ਸੀ ਪਤਾ ਚੱਲਦਾ ਕਿ ਮਤਲਬ ਇੱਕ ਪੇਪਰ ਦੇ ਵਿੱਚ ਕਿਹੜੇ ਕਿਹੜੇ ਸਬਜੈਕਟਸ ਆਉਣੇ ਨੇ। ਅਤੇ ਸਰ ਇਹ ਲੰਬਾ ਪ੍ਰੋਸੈਸ ਸੀ, ਅਤੇ ਖੁਦ ਹੀ ਸਰਚ ਕਰਕੇ ਬਿਨਾਂ ਕਿਸੇ ਪਰਸਨਲ ਮੈਂਟੋਰਸ਼ਿਪ ਦੇ ਹੀ ਇਸ ਚੀਜ਼ ਵੱਲ ਅੱਗੇ ਵੱਧਦੇ ਰਹੇ। ਥੋੜ੍ਹੀਆਂ ਮਿਸਟੇਕਸ ਵੀ ਹੁੰਦੀਆਂ ਰਹੀਆਂ, ਬਟ ਫਾਈਨਲੀ ਮਨ ਦੇ ਵਿੱਚ ਇਹੀ ਸੀ ਕਿ ਕਰਨਾ ਹੈ ਜ਼ਿੰਦਗੀ ਦੇ ਵਿੱਚ। ਤਾਂ ਸਰ ਫਾਈਨਲੀ ਸਕਸੈਸ ਮਿਲੀ। ਕਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਤੁਹਾਡੇ 'ਚ ਚੰਗੀ ਹੈ ਜਿਹੜੀ ਤੁਹਾਨੂੰ ਇੱਥੋਂ ਤੱਕ ਲੈ ਕੇ ਆਈ ਹੈ? ਕਿਹੜੀ ਆਦਤ ਚੰਗੀ ਹੈ? ਬੈਠਦੇ ਬਹੁਤ ਜ਼ਿਆਦਾ ਹੋ, ਪੜ੍ਹਦੇ ਬਹੁਤ ਜ਼ਿਆਦਾ ਹੋ, ਜਾਂ ਕਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਅੱਜ ਮੈਨੂੰ ਇਸ ਮੁਕਾਮ 'ਤੇ ਲੈ? ਸਰ ਆਈ ਥਿੰਕ ਜੋ ਇੱਕ ਮੇਰੇ ਮਨ ਦੇ ਵਿੱਚ ਭਾਵਨਾ ਹੈ ਕਿ ਡੈਡੀਕੇਸ਼ਨ ਦੇ ਨਾਲ ਅਗਰ ਅਸੀਂ ਕਿਸੇ ਚੀਜ਼ ਨੂੰ ਕਰ ਰਹੇ ਹਾਂ ਤਾਂ ਫਿਰ ਉਸ ਚੀਜ਼ ਨੂੰ ਕਰਕੇ ਹੀ ਅਸੀਂ ਪਿੱਛੇ ਹਟੀਏ। ਤਾਂ ਸਰ ਆਈ ਥਿੰਕ ਇਹੀ ਉਹ ਇੱਕ ਕਹਿ ਸਕਦੇ ਹਾਂ ਕਿ ਕੁਆਲਿਟੀ ਹੈ ਪਰਸਨੈਲਿਟੀ ਦੇ ਵਿੱਚ ਜੋ ਇੱਥੇ ਤੱਕ ਲੈ ਕੇ ਆਈ ਹੈ। ਕਿਉਂਕਿ ਕਈ ਵਾਰ ਫੇਲੀਅਰ ਵੀ ਫੇਸ ਕੀਤਾ ਇਸ ਐਗਜ਼ਾਮ ਦੇ ਵਿੱਚ, ਬਟ ਇੱਕ ਵੀ ਦਿਨ ਇੰਜ ਨਹੀਂ ਲੱਗਿਆ ਕਿ ਇਸ ਨੂੰ ਛੱਡ ਕੇ ਕੁਝ ਹੋਰ ਕਰ ਲਈਏ। ਤਾਂ ਇਹ ਡੈਡੀਕੇਸ਼ਨ ਹੀ ਆਈ ਥਿੰਕ ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਕਰਨ ਜਾਂਦੇ ਹਾਂ, ਤਾਂ ਜਦੋਂ ਅਸੀਂ ਡੈਡੀਕੇਟਡਲੀ ਇਸ ਚੀਜ਼ ਨੂੰ ਚਾਹੁੰਦੇ ਹਾਂ, ਪੈਸ਼ਨੇਟ ਹਾਂ ਉਸ ਚੀਜ਼ ਨੂੰ ਅਚੀਵ ਕਰਨ ਦੇ ਲਈ, ਤਾਂ ਉਹ ਜ਼ਰੂਰ ਮਿਲਦੀ ਹੈ ਸਰ। ਜਦੋਂ ਤੁਸੀਂ ਕਿਹਾ ਫੇਲੀਅਰ ਵੀ ਆਉਂਦੇ ਆ, ਸਲੋ ਫੇਸ ਵੀ ਆ ਜਾਂਦੇ ਆ, ਉਹਨਾਂ ਨੂੰ ਕਿਵੇਂ ਕੰਟਰੋਲ ਕੀਤਾ? ਕਿਉਂਕਿ ਮੈਂਟਲ ਬੈਲੈਂਸ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ। ਇਹ ਚੀਜ਼ਾਂ ਉਹਨਾਂ ਨੂੰ ਕਿਵੇਂ ਫੇਸ ਕੀਤਾ? ਹਾਂਜੀ ਸਰ, ਇਹ ਐਗਜ਼ਾਮੀਨੇਸ਼ਨ ਹੀ ਆਪਣੇ ਆਪ ਵਿੱਚ 1 ਸਾਲ ਦਾ ਇਸਦਾ ਪੂਰਾ ਪ੍ਰੋਸੈਸ ਹੈ। ਫਿਰ ਤੁਸੀਂ 1-1.5 ਸਾਲ ਦੇ ਲਈ ਇਸਦੀ ਪ੍ਰੈਪਰੇਸ਼ਨ ਕਰਦੇ ਹੋ ਮਿਨੀਮਮ, ਅਤੇ ਜਦੋਂ ਉਸਦੇ ਬਾਵਜੂਦ ਵੀ ਸਕਸੈਸ ਨਹੀਂ ਮਿਲਦੀ, ਤੁਸੀਂ ਪ੍ਰੀਲਿਮ ਸਟੇਜ 'ਤੇ ਫੇਲ ਹੋ ਜਾਂਦੇ ਹੋ ਕਈ ਵਾਰ, ਜਾਂ ਇੰਟਰਵਿਊ ਵਿੱਚ ਤੁਹਾਨੂੰ ਅੱਛੇ ਮਾਰਕਸ ਨਹੀਂ ਮਿਲਦੇ, ਤਾਂ ਇਹ ਮੈਂਟਲੀ ਇੱਕਦਮ ਬਿਲਕੁਲ ਤੁਹਾਨੂੰ ਐਗਜ਼ੌਸਟ ਕਰ ਦਿੰਦਾ। ਤੁਸੀਂ ਟਾਇਰਡ ਹੋ ਜਾਂਦੇ ਹੋ ਪੂਰੀ ਤਰ੍ਹਾਂ, ਵਾਰ-ਵਾਰ ਉਹੀ ਬੁੱਕਸ ਨੂੰ ਪੜ੍ਹਨਾ ਬਹੁਤ ਟਾਇਰਿੰਗ ਲੱਗਦਾ ਹੈ। ਪਰ ਇਸ ਦੇ ਬਾਵਜੂਦ ਵੀ ਸਰ ਆਈ ਥਿੰਕ ਸਾਡੇ ਕੋਲ ਬਹੁਤ ਸਾਰੇ ਮਾਡਰਨ ਅਜਿਹੇ ਮੀਡੀਅਮਸ ਵੀ ਨੇ। ਮੈਂ ਮੈਡੀਟੇਸ਼ਨ ਪ੍ਰੈਕਟਿਸ ਕਰਿਆ ਕਰਦੀ ਸੀ ਕੁਝ ਟਾਈਮ ਦੇ ਲਈ, ਅਤੇ ਇਸ ਦੇ ਨਾਲ ਹੀ ਮੈਂ ਸਪੋਰਟਸ ਦੇ ਵਿੱਚ ਰਹੀ ਹਾਂ, ਅਤੇ ਥੋੜ੍ਹਾ ਫਿਜ਼ੀਕਲ ਐਕਟੀਵਿਟੀ ਵੀ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦੀ ਸੀ ਕਿ ਮੈਂ ਥੋੜ੍ਹਾ ਰਨਿੰਗ ਜਾਂ ਜੋਗਿੰਗ ਵਗੈਰਾ ਕਰਦੀ ਹਾਂ।
ਤਾਂ ਇਹ ਚੀਜ਼ਾਂ ਸਾਨੂੰ ਫਿਜ਼ੀਕਲੀ ਵੀ ਸਟਰੋਂਗ ਬਣਾਉਂਦੀਆਂ ਨੇ ਤੇ ਮੈਂਟਲੀ ਵੀ ਅਸੀਂ ਕਾਫੀ ਸਟੇਬਲ ਹੋ ਜਾਂਦੇ ਹਾਂ ਸਰ। ਤਾਂ ਇਹ ਚੀਜ਼ਾਂ ਨੇ। ਇਸ ਦੇ ਇਲਾਵਾ ਸਿਰ ਫੈਮਿਲੀ ਦਾ ਪੂਰਾ ਸਪੋਰਟ ਸੀ ਤੇ ਇਸ ਤਰ੍ਹਾਂ ਦਾ ਕਦੇ ਮਹਿਸੂਸ ਨਹੀਂ ਹੋਇਆ ਕਿ ਬਹੁਤ ਇਕੱਲੇ ਹੋ ਗਏ ਹਾਂ ਜਾਂ ਬਹੁਤ ਮੈਂਟਲੀ ਐਗਜ਼ੌਸਟਡ ਹੋਇਆ ਹੋਵੇ। ਤੇ ਫੈਮਿਲੀ ਦੇ ਸਪੋਰਟ ਦੇ ਕਰਕੇ। ਕਿੰਨੀ ਵਾਰੀ ਤੁਸੀਂ ਕੋਸ਼ਿਸ਼ ਕੀਤੀ ਪਹਿਲਾਂ? ਸਰ ਇਹ ਮੇਰਾ 5th ਅਟੈਂਪਟ ਸੀ। 4 ਵਾਰ ਇਸ ਤੋਂ ਪਹਿਲੇ ਵੀ ਕੋਸ਼ਿਸ਼ ਕੀਤੀ ਸੀ। ਬਹੁਤ ਵੱਡੀ ਗੱਲ ਹੁੰਦੀ ਹੈ 4 ਵਾਰ ਇੱਕ ਸਧਾਰਨ ਪਿੰਡ ਚੋਂ ਸਧਾਰਨ ਸਕੂਲ ਚੋਂ ਪੜ੍ਹ ਕੇ ਇਹਨੂੰ ਸਿਰੇ ਲਾਉਣਾ। ਕਿਹੜੀ ਚੀਜ਼ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਹੜੀ ਚੀਜ਼ ਬੂਸਟ ਕਰਦੀ ਰਹੀ? ਪਾਪਾ ਬੂਸਟ ਕਰਦੇ ਰਹੇ, ਫੈਮਿਲੀ ਬੂਸਟ ਕਰਦੀ ਰਹੀ ਵੀ 4 ਵਾਰ ਹੋ ਗਿਆ ਹੁਣ ਬਸ ਕਰ, ਹੋਰ ਕੁਛ ਕਰ ਲਓ? ਹਾਂਜੀ ਸਰ ਬਿਲਕੁਲ ਅਜਿਹਾ ਤਾਂ ਸੀ ਹੀ ਕਿ ਕਈ ਵਾਰ ਇੰਝ ਮਹਿਸੂਸ ਹੁੰਦਾ ਸੀ ਕਿ ਸ਼ਾਇਦ ਅਸੀਂ ਇਸ ਚੀਜ਼ ਦੇ ਲਈ ਬਣੇ ਵੀ ਹਾਂ ਜਾਂ ਨਹੀਂ। ਪਰ ਇਸ ਦੇ ਬਾਵਜੂਦ ਵੀ ਮਤਲਬ ਮੈਂ ਕਹਿ ਸਕਦੀ ਹਾਂ ਕਿ ਮੇਰੇ ਫਾਦਰ ਜੀ ਦੀ ਇੰਸਪੀਰੇਸ਼ਨ ਜਾਂ ਉਹਨਾਂ ਨੇ ਜੋ ਸੋਚ ਦਿੱਤੀ ਕਿ ਜ਼ਿੰਦਗੀ ਦੇ ਵਿੱਚ ਆਏ ਹਾਂ ਤਾਂ ਕੁਝ ਕਰਕੇ ਜਾਈਏ ਤੇ ਕੁਝ ਅਜਿਹਾ ਕਰੀਏ ਕਿ ਉਹ ਸਾਡੇ ਤੱਕ ਹੀ ਸੀਮਿਤ ਨਾ ਹੋਵੇ, ਅਸੀਂ ਲੋਕਾਂ ਨੂੰ ਲਾਰਜਲੀ ਸੁਸਾਇਟੀ ਨੂੰ ਕੰਟਰੀਬਿਊਟ ਕਰ ਸਕੀਏ। ਤਾਂ ਫਿਰ ਸਿਵਲ ਸਰਵਿਸਿਜ਼ ਇੱਕ ਬੈਸਟ ਪਲੇਟਫਾਰਮ ਸੀ ਉਸ ਚੀਜ਼ ਨੂੰ ਅਚੀਵ ਕਰਨ ਦੇ ਲਈ। ਤਾਂ ਇੰਝ ਲੱਗ ਰਿਹਾ ਸੀ ਕਿ ਬਹੁਤ ਜ਼ਿਆਦਾ ਐਫਰਟਸ ਲੱਗ ਰਹੇ ਨੇ ਇਸ ਫੀਲਡ ਦੇ ਵਿੱਚ, ਬਟ ਹੌਲੀ ਹੌਲੀ ਕਰਕੇ ਚੀਜ਼ਾਂ ਮੈਨੇਜ ਹੁੰਦੀਆਂ ਰਹੀਆਂ ਤੇ ਹਰ ਸਕਸੈਸਿਵ ਅਟੈਂਪਟ ਦੇ ਵਿੱਚ ਮੈਨੂੰ ਇਹ ਜ਼ਰੂਰ ਫੀਲ ਹੁੰਦਾ ਸੀ ਕਿ ਮੈਂ ਪਹਿਲੇ ਤੋਂ ਬੈਟਰ ਹੋ ਰਹੀ ਹਾਂ, ਮੈਂ ਪਹਿਲੇ ਤੋਂ ਯਾਨੀ ਕਿ ਤੁਹਾਡੇ 4 ਕੋਸ਼ਿਸ਼ਾਂ ਦੇ ਵਿੱਚ ਤੁਸੀਂ ਇਹ ਮਹਿਸੂਸ ਕੀਤਾ ਵੀ ਪਹਿਲੇ ਤੋਂ ਬਿਹਤਰ ਹੋ ਰਿਹਾ, ਪਹਿਲੇ ਤੋਂ ਬਿਹਤਰ ਹੋ ਰਿਹਾ। ਇਹ ਚੀਜ਼ ਅੱਗੇ ਲੈ ਕੇ ਗਈ? ਹਾਂਜੀ ਸਰ, ਇਹ ਪਰਸਨ ਟੂ ਪਰਸਨ ਵੀ ਡਿਪੈਂਡ ਕਰਦਾ ਹੈ। ਮੈਨੂੰ ਇਹ ਵੀ ਲੱਗਿਆ ਕਿ ਮੈਂ ਇੱਕ ਸਲੋ ਲਰਨਰ ਹਾਂ ਤੇ ਜੇ ਮੈਨੂੰ ਇੱਕਦਮ ਨਾਲ ਚੀਜ਼ਾਂ ਨਹੀਂ ਸਮਝ ਆ ਰਹੀਆਂ ਤਾਂ ਇਹ ਕੋਈ ਬਹੁਤ ਬੁਰੀ ਗੱਲ ਨਹੀਂ ਹੈ। ਸਾਨੂੰ ਹੌਲੀ ਹੌਲੀ ਅਗਰ ਚੀਜ਼ਾਂ ਸਮਝ ਆਉਂਦੀਆਂ ਨੇ ਤਾਂ ਸਾਨੂੰ ਆਪਣੀ ਪਰਸਨੈਲਿਟੀ ਨੂੰ ਰਿਕਗਨਾਈਜ਼ ਕਰਦੇ ਹੋਏ ਉਸ ਅਕੋਰਡਿੰਗ ਚੱਲਣਾ ਚਾਹੀਦਾ ਹੈ। ਤਾਂ ਸਰ ਬਸ ਇਸ ਤਰ੍ਹਾਂ ਹੀ ਰਿਹਾ ਕਿ ਕਦੇ ਵੀ ਹਿੰਮਤ ਨਹੀਂ ਛੱਡੀ ਅਤੇ ਆਪਣੇ ਪੋਟੈਂਸ਼ੀਅਲ ਨੂੰ ਰਿਕਗਨਾਈਜ਼ ਕਰਦੇ ਹੋਏ ਬਸ ਅੱਗੇ ਵਧਦੇ ਗਏ। ਪਿੰਡ 'ਚ ਬੈਠੇ ਹੋ, ਪਿੰਡਾਂ ਦਾ ਸੁਭਾਅ ਹੁੰਦਾ ਹੈ ਵੀ ਕੁੜੀ ਦਾ ਹਜੇ ਕੋਈ ਨੌਕਰੀ ਦਾ ਬਣਿਆ ਨਹੀਂ, ਇੰਨੀ ਪੜ੍ਹੀ ਵੀ ਹੈ ਅਤੇ ਕੀ ਕਰ ਰਹੀ ਹੈ ਉਹ, ਅਤੇ ਬਾਰ-ਬਾਰ ਕਾਹਦਾ ਟੈਸਟ ਦਿੰਦੀ ਹੈ ਵੀ ਉਹਦੀ ਨੌਕਰੀ ਨਹੀਂ ਬਣੀ। ਇਸ ਤਰ੍ਹਾਂ ਦਾ ਜਦੋਂ ਕੁਛ ਸੁਣਨ ਨੂੰ ਮਿਲਦਾ ਸੀ ਤਾਂ ਕਿੰਨਾ ਕੁ ਮਾਨਸਿਕ ਤੌਰ 'ਤੇ ਅਸਰ ਹੁੰਦਾ ਸੀ ਜਾਂ ਕਿਵੇਂ ਉਹਨਾਂ ਚੀਜ਼ਾਂ ਨੂੰ ਫੇਸ ਕਰਦੇ ਸੀ? ਹਾਂਜੀ ਸਰ, ਸਾਡੇ ਸੁਸਾਇਟੀਜ਼ ਦੇ ਵਿੱਚ ਇਹ ਪਰਸੈਪਸ਼ਨ ਵੀ ਹੈ ਕਿ ਲੜਕੀਆਂ ਦੇ ਉੱਪਰ ਖਾਸ ਤੌਰ 'ਤੇ ਇਸ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਹੈ ਕਿ ਤੁਸੀਂ ਜਲਦੀ ਕੋਈ ਜੌਬ ਲੈ ਲਵੋ ਜਾਂ ਵਿਆਹ ਕਰ ਦਈਏ। ਹਾਂਜੀ ਹਾਂਜੀ। ਪਰ ਸਰ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੀ ਹਾਂ ਕਿ ਜੇ ਸੁਸਾਇਟੀ ਵੱਲੋਂ ਕੁਝ ਇਸ ਤਰ੍ਹਾਂ ਦੇ ਕੁਐਸਚਨਿੰਗ ਹੋਈ ਵੀ ਤਾਂ ਮੇਰੀ ਫੈਮਿਲੀ ਨੇ ਬਹੁਤ ਈਜ਼ੀਲੀ ਉਹਨੂੰ ਹੈਂਡਲ ਕੀਤਾ ਤੇ ਮੇਰੇ ਤੱਕ ਇਸ ਤਰ੍ਹਾਂ ਦੀ ਕੋਈ ਗੱਲਾਂ ਨਹੀਂ ਪਹੁੰਚਣ ਦਿੱਤੀਆਂ ਤਾਂ ਕਿ ਮੈਂ ਮੈਂਟਲੀ ਬਿਲਕੁਲ ਫੋਕਸਡ ਰਹਾਂ ਆਪਣੇ ਡ੍ਰੀਮ ਦੇ ਵੱਲ। ਸਬਜੈਕਟਸ ਦੀ ਗੱਲ ਕਰੀਏ, ਸਬਜੈਕਟ ਨੂੰ ਕਿਵੇਂ ਆਪਣੇ ਆਪ 'ਚ ਸੰਭਾਲਿਆ? ਜਿਹੜੇ ਬਹੁਤ ਜ਼ਿਆਦਾ ਆਉਂਦੇ ਸੀ ਘੱਟ ਟਾਈਮ ਦਿੱਤਾ ਉਹਨਾਂ ਨੂੰ, ਜਾਂ ਜਿਹੜੇ ਘੱਟ ਆਉਂਦੇ ਸੀ ਇਹਨਾਂ ਨੂੰ ਸ਼ਾਰਟ ਲਿਸਟ ਕੀਤਾ ਜਾਂ ਕੋਈ ਹੋਰ ਮੈਥਡ ਅਪਣਾਇਆ? ਸਰ ਇਸ ਐਗਜ਼ਾਮੀਨੇਸ਼ਨ ਦੇ ਵਿੱਚ ਜਦੋਂ ਅਸੀਂ ਐਂਟਰ ਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਆਈਡੈਂਟੀਫਾਈ ਕਰ ਲੈਣਾ ਚਾਹੀਦਾ ਹੈ ਕਿ ਕਿਹੜੀ ਸਬਜੈਕਟਸ ਮੇਰੀਆਂ ਸਟਰੈਂਥ ਨੇ ਤੇ ਕਿਹੜੇ ਸਬਜੈਕਟ ਮੇਰੀ ਵੀਕਨੈਸ ਹੈ। ਤਾਂ ਇੱਕ ਬੈਲੈਂਸ ਬਣਾਉਣਾ ਚਾਹੀਦਾ, ਆਪਣੀ ਸਟਰੈਂਥ ਨੂੰ ਸਟਰੈਂਥ ਦੇ ਤੌਰ 'ਤੇ ਹੀ ਕੰਟੀਨਿਊ ਕਰਦੇ ਰਹੋ ਅਤੇ ਜੋ ਵੀਕਨੈਸ ਹੈ ਉਸਨੂੰ ਥੋੜ੍ਹਾ ਹੋਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ। ਤਾਂ ਇਸ ਬੈਲੈਂਸ ਦੇ ਨਾਲ ਹੀ ਇਸ ਐਗਜ਼ਾਮ ਨੂੰ ਅਸੀਂ ਕਲੀਅਰ ਕਰ ਸਕਦੇ ਹਾਂ ਸਰ, ਔਰ ਮੈਂ ਵੀ ਇਹੀ ਟਰਾਈ ਕੀਤਾ। ਅੱਛਾ, ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲੀ ਅਟੈਂਪਟ ਜਦੋਂ ਨਹੀਂ ਹੋਇਆ ਕਿਹੜੀਆਂ ਚੀਜ਼ਾਂ ਆਪਦੇ ਆਪ 'ਚੋਂ ਸ਼ਾਰਟ ਲਿਸਟ ਕੀਤੀਆਂ ਵੀ ਆਹ ਚੇਂਜ ਕਰਨ ਵਾਲੀਆਂ? ਸਰ ਫਸਟ ਅਟੈਂਪਟ ਦੇ ਵਿੱਚ ਮੇਰਾ ਪ੍ਰੀ ਕੁਆਲੀਫਾਈ ਨਹੀਂ ਹੋਇਆ ਸੀ, ਲਗਭਗ 2 ਮਾਰਕਸ ਦੇ ਮਾਰਜਿਨ ਤੋਂ ਮੈਂ ਫਾਈਨਲ ਕੱਟ ਆਫ ਤੋਂ ਮਿਸ ਕੀਤਾ ਸੀ ਅਤੇ ਉਸ ਤੋਂ ਬਾਅਦ ਮੈਂ ਇਹ ਆਈਡੈਂਟੀਫਾਈ ਕੀਤਾ ਕਿ ਮੈਂ ਨੰਬਰ ਆਫ ਮੋਕਸ ਘੱਟ ਲਗਾਏ ਸੀ, ਟੈਸਟ ਪ੍ਰੈਕਟਿਸ ਘੱਟ ਕੀਤਾ ਸੀ ਅਤੇ ਜੋ ਬੇਸਿਕਸ ਕਨਸੈਪਟ ਸੀਗੇ ਉਹ ਵੀ ਅੱਛੇ ਕਲੀਅਰ ਨਹੀਂ ਸੀਗੇ। ਤਾਂ ਸਰ ਮੈਂ ਫਿਰ NCERTs ਤੋਂ ਸਟਾਰਟ ਕੀਤਾ, ਜ਼ਿਆਦਾ ਮੌਕ ਟੈਸਟ ਪ੍ਰੈਕਟਿਸ ਕੀਤੇ ਔਰ ਨੈਕਸਟ ਅਟੈਂਪਟ ਦੇ ਵਿੱਚ ਨੈਕਸਟ ਦੇ ਵਿੱਚ ਕੀ ਬਣਿਆ? ਸਰ ਨੈਕਸਟ ਦੇ ਵਿੱਚ ਪ੍ਰੀ ਕੁਆਲੀਫਾਈ ਹੋਇਆ, ਬਟ UPSC ਦੀ ਜਰਨੀ ਦੇ ਵਿੱਚ ਇੱਕ ਸਭ ਤੋਂ ਵੱਡਾ ਜੋ ਡਿਸਐਡਵਾਂਟੇਜ ਹੈ ਉਹ ਇਹੀ ਹੈ ਕਿ ਸਾਨੂੰ ਕੋਈ ਪਰਸਨਲ ਮੈਂਟੋਰਸ਼ਿਪ ਜਦੋਂ ਨਹੀਂ ਹੁੰਦੀ ਤਾਂ ਅਸੀਂ ਕੀ ਕਰਦੇ ਹਾਂ ਕਿ ਅਗਰ ਸਾਡਾ ਇੱਕ ਵਾਰ ਪ੍ਰੀ ਨਹੀਂ ਹੋਇਆ ਤਾਂ ਸਾਡਾ ਅਗਲਾ ਪੂਰਾ ਸਾਲ ਅਸੀਂ ਉਸ ਚੀਜ਼ ਵਾਲੀ ਸ਼ਿਫਟ ਹੋ ਜਾਂਦੇ ਹਾਂ ਕਿ ਬਸ ਪ੍ਰੀ ਕੁਆਲੀਫਾਈ ਹੋਣਾ ਚਾਹੀਦਾ ਹੈ। ਅਸੀਂ ਇਸ ਚੀਜ਼ ਨੂੰ ਭੁੱਲ ਜਾਂਦੇ ਹਾਂ ਕਿ ਮੇਨਸ ਵੀ ਇੱਕ ਸਟੇਜ ਹੈ ਔਰ ਮੇਨਸ ਇੱਕ ਮੇਨ ਸਟੇਜ ਹੈ ਇਸ ਐਗਜ਼ਾਮੀਨੇਸ਼ਨ ਦੀ। ਤਾਂ ਅਸੀਂ ਮੇਨਸ ਨੂੰ ਭੁੱਲ ਜਾਂਦੇ ਔਰ ਮੇਰੇ ਕੇਸ ਦੇ ਵਿੱਚ ਵੀ ਇਹੀ ਹੋਇਆ ਕਿ ਮੈਂ ਬਹੁਤ ਜ਼ਿਆਦਾ ਰਾਈਟਿੰਗ ਪ੍ਰੈਕਟਿਸ ਨਹੀਂ ਕਰ ਪਾਈ ਤਾਂ ਮੇਰਾ ਮੇਨਸ ਜੋ ਸੀ ਅਰਾਊਂਡ 18-19 ਮਾਰਕਸ ਤੋਂ ਰਿਹਾ। ਤਾਂ ਫਿਰ ਸਰ ਥਰਡ ਅਟੈਂਪਟ ਦੇ ਵਿੱਚ ਫਿਰ ਮੇਨਸ ਵੀ ਕੁਆਲੀਫਾਈ ਹੋਇਆ ਅਤੇ ਫਾਈਨਲੀ ਇੰਟਰਵਿਊ ਤੱਕ ਪਹੁੰਚੇ ਅਤੇ ਇੰਟਰਵਿਊ ਤੋਂ ਬਾਅਦ ਜਦੋਂ ਫਾਈਨਲ ਲਿਸਟ ਆਈ ਤਾਂ ਉਹ ਫਾਈਨਲ ਲਿਸਟ ਲਗਭਗ 25 ਮਾਰਕਸ ਤੋਂ ਉਸਦੇ ਵਿੱਚ ਛੁੱਟਿਆ। ਅਤੇ ਸਰ ਉਸ ਤੋਂ ਬਾਅਦ ਇੱਕ ਡਾਊਨ ਫੇਜ਼ ਇਹ ਆਇਆ ਕਿ ਥਰਡ ਅਟੈਂਪਟ ਵਿੱਚ ਇੰਟਰਵਿਊ ਤੱਕ ਪਹੁੰਚਣ ਤੋਂ ਬਾਅਦ ਜੋ ਫੋਰਥ ਅਟੈਂਪਟ ਸੀ ਮੇਰਾ ਪ੍ਰੀ ਕੁਆਲੀਫਾਈ ਨਹੀਂ ਹੋਇਆ ਉਸ ਸਟੇਜ ਦੇ ਵਿੱਚ। ਤਾਂ ਉਹ ਸਭ ਤੋਂ ਇੱਕ ਲੋ ਫੇਜ਼ ਸੀਗਾ ਇਸ ਪੂਰੀ ਜਰਨੀ ਦੇ ਵਿੱਚ, ਬਟ ਅਜਿਹੀ ਸਿਚੁਏਸ਼ਨ ਦੇ ਵਿੱਚ ਉਹਨੂੰ ਕਿਵੇਂ ਕ੍ਰਾਸ ਕੀਤਾ? ਇਹ ਬਹੁਤ ਖਾਸ ਗੱਲ ਹੈ, ਐਗਜ਼ਾਮ ਤੋਂ ਵੀ ਵੱਡੀ ਗੱਲ ਹੈ ਵੀ ਇਹਨੂੰ ਕ੍ਰਾਸ ਕਿਵੇਂ ਕੀਤਾ?
ਹਾਂਜੀ ਸਰ। ਸਰ ਇਹਦੇ ਲਈ ਇਹੀ ਸੀ ਕਿ ਯੂਪੀਐਸਸੀ ਸਾਨੂੰ ਰਿਜੈਕਟ ਕਰਨ ਦੇ ਲਈ ਨਹੀਂ ਬੈਠੀ ਹੈ, ਉਹ ਸਾਨੂੰ ਸਿਲੈਕਟ ਕਰਨ ਦੇ ਲਈ ਬੈਠੀ ਕੀ ਹੈ। ਬਾਤ ਹੈ। ਜਦੋਂ ਅਸੀਂ ਉਸ ਲੈਵਲ ਦੇ ਹੋ ਜਾਂਦੇ ਹਾਂ, ਉਸ ਬੇਅਰ ਮਿਨੀਮਮ ਨੂੰ ਕ੍ਰਾਸ ਕਰਦੇ ਹਾਂ ਤਾਂ ਸਾਡੀ ਸਿਲੈਕਸ਼ਨ ਜ਼ਰੂਰ ਹੁੰਦੀ ਹੈ। ਔਰ ਜਦੋਂ ਵੀ ਸਿਲੈਕਸ਼ਨ ਰੁਕਦੀ ਹੈ ਉਹ ਇਸ ਕਰਕੇ ਹੀ ਰੁਕਦੀ ਹੈ ਕਿ ਅਸੀਂ ਇਸ ਐਗਜ਼ਾਮ ਨੂੰ ਅੱਛੀ ਤਰ੍ਹਾਂ ਸਮਝਦੇ ਨਹੀਂ। ਤੇ ਮੈਂ ਇਹੀ ਮਤਲਬ ਇੰਟਰੋਸਪੈਕਟ ਕਰ ਰਹੀ ਸੀ ਕਿ ਮੇਰੀਆਂ ਕੀ ਮਿਸਟੇਕਸ ਨੇ। ਮੇਰੇ ਸਬਜੈਕਟ ਸਿਲੈਕਸ਼ਨ ਦੇ ਵਿੱਚ ਕੁਝ ਗਲਤੀ ਹੋ ਗਈ ਸੀ ਤਾਂ ਮੈਂ ਆਪਣਾ ਸਬਜੈਕਟ ਚੇਂਜ ਕੀਤਾ। ਪਹਿਲੇ ਜੀਓਗ੍ਰਾਫੀ ਸੀ, ਫਿਰ ਮੈਂ ਉਸਨੂੰ ਚੇਂਜ ਕਰਕੇ ਪੰਜਾਬੀ ਸਾਹਿਤ ਲਿਆ ਤੇ ਉਸ ਸਬਜੈਕਟ ਦੇ ਨਾਲ ਸਰ ਫਾਈਨਲੀ ਸਿਲੈਕਸ਼ਨ ਹੋਇਆ। ਬਹੁਤ ਅੱਛੇ ਮਾਰਕਸ ਨੇ ਮੇਨਸ ਦੇ ਵਿੱਚੋਂ ਤੇ 778 ਰੈਂਕ ਆਈ। ਹੁਣ ਜਿਸ ਦਿਨ ਰਿਜ਼ਲਟ ਆ ਗਿਆ ਲਿਸਟ 'ਚ ਨਾ, ਕਿਵੇਂ ਮਹਿਸੂਸ ਹੋਇਆ? ਸਰ ਬਹੁਤ ਜ਼ਿਆਦਾ ਅੱਛਾ ਹੋਇਆ, ਬਹੁਤ ਜ਼ਿਆਦਾ ਅੱਛਾ ਫੀਲ ਹੋਇਆ ਕਿਉਂਕਿ ਪਹਿਲੇ ਜਦੋਂ ਫਾਈਨਲ ਰਿਜ਼ਲਟ ਆਉਂਦਾ ਸੀ ਤਾਂ ਲਿਸਟ ਨੂੰ ਦੇਖਦੇ ਹੁੰਦੇ ਸੀ ਤਾਂ ਇੰਝ ਲੱਗਦਾ ਸੀ ਕਿ ਸ਼ਾਇਦ ਇਹ ਬੱਚੇ ਕੁਝ ਐਕਸਟਰਾ ਸਮਾਰਟ ਨੇ ਜਾਂ ਜੀਨੀਅਸ ਕਿਸਮ ਦੇ ਬੱਚੇ ਨੇ ਜਾਂ ਸਾਡਾ ਵੀ ਇਸ ਲਿਸਟ ਦੇ ਵਿੱਚ ਨਾਮ ਹੋ ਸਕਦਾ ਹੈ ਜਾਂ ਨਹੀਂ। ਤੇ ਜਦੋਂ ਮੈਂ ਲਿਸਟ ਨੂੰ ਸਕਰੋਲ ਕਰ ਰਹੀ ਸੀ ਤਾਂ ਮੈਂ ਨੀਚੇ ਤੋਂ ਦੇਖਣਾ ਸਟਾਰਟ ਕੀਤਾ। ਕੀ ਬਾਤ। ਕਾਫੀ ਪੇजेस ਗੁਜ਼ਰਦੇ ਜਾ ਰਹੇ ਸੀ ਬਟ ਨਾਮ ਨਹੀਂ ਸੀ ਆ ਰਿਹਾ ਤੇ ਮੈਂ ਇਹ ਸੋਚ ਰਹੀ ਸੀ ਕਿ ਸ਼ਾਇਦ ਇਸ ਵਾਰ ਵੀ ਨਹੀਂ ਹੋਏਗਾ। ਤੇ ਜਦੋਂ ਮੈਂ ਥੋੜਾ ਹੋਰ ਉੱਪਰ ਸਕਰੋਲ ਕੀਤਾ ਤਾਂ ਲਿਸਟ ਵਿੱਚ ਮੇਰਾ ਨਾਮ ਸੀ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਸਰ। ਇੱਕ ਸੁਪਨੇ ਦੇ ਪੂਰੇ ਹੋਣ ਦੀ ਤਰ੍ਹਾਂ ਸੀ ਇਹ। ਘਰਦਿਆਂ ਦਾ ਕੀ ਮਾਹੌਲ ਸੀ? ਸਰ ਸਾਰੇ ਬਹੁਤ ਜ਼ਿਆਦਾ ਕਿੱਥੇ ਖੁਸ਼ ਸੀ ਸੀ। ਤੁਸੀਂ ਜਦੋਂ ਰਿਜ਼ਲਟ ਦੇਖਿਆ? ਸਰ ਮੈਂ ਘਰ ਹੀ ਸੀ ਤੇ ਮੈਂ ਪੜ੍ਹ ਰਹੀ ਸੀ ਨੈਕਸਟ ਪ੍ਰੀਲਿਮਸ ਦੇ ਲਈ ਤੇ ਹਜੇ ਵੀ ਪੜ੍ਹ ਰਹੇ ਹੋ? ਹਾਂਜੀ ਸਰ। ਕਿਉਂ? ਸਰ ਹਾਲੇ ਇਸ ਲਈ ਪੜ੍ਹ ਰਹੀ ਹਾਂ ਕਿਉਂਕਿ ਮੇਰਾ ਏਮ ਇੱਕ ਆਈਐਸ ਆਫਿਸਰ ਬਣਨਾ ਹੈ ਤੇ ਰੈਂਕ ਨੂੰ ਬਿਹਤਰ ਕਰਨ ਦੀ ਹਾਂਜੀ ਕੋਸ਼ਿਸ਼। ਰੈਂਕ ਨੂੰ ਬਿਹਤਰ ਕਰਨ ਦੇ ਲਈ ਇਸ ਵਾਰ ਵੀ ਸੈਂਟਰਲ ਸਰਵਿਸਿਜ਼ ਹੀ ਮਿਲੇਗੀ, ਕੋਈ ਗਰੁੱਪ ਏ ਇੱਕ ਦੀ ਪਿੰਡ ਸਰਵਿਸ। ਪਿੰਡ ਰਾਣਾ ਛੋਟਾ ਜਿਹਾ ਪਿੰਡ ਹੈ, ਹਾਂਜੀ ਮੈਂ ਤੇ ਬਾਰਡਰ ਦੇ ਨੇੜੇ ਤੇੜੇ ਆ ਜਾਂਦਾ ਹੈ। ਇਸ ਪਿੰਡ ਚੋਂ ਉੱਠ ਕੇ ਇਸ ਮੁਕਾਮ ਤੇ ਜਾ ਕੇ ਅੱਜ ਕਿਵੇਂ ਲੱਗਦਾ? ਸਰ ਬਹੁਤ ਅੱਛਾ ਲੱਗਦਾ ਹੈ ਕਿ ਇੱਕ ਛੋਟੀ ਪਹਿਲੇ ਵੀ ਜਿਹੀ ਹੋ? ਜਗ੍ਹਾ ਤੋਂ ਸਫ਼ਰ ਕਰਕੇ ਇੱਥੇ ਤੱਕ ਪਹੁੰਚੇ ਹਾਂ। ਈਵਨ ਜਦੋਂ ਮੈਂ ਇੰਟਰਵਿਊ ਦੇਣ ਵੀ ਜਾ ਰਹੀ ਸੀ ਮੈਨੂੰ ਉਸ ਦਿਨ ਵੀ ਬਹੁਤ ਪ੍ਰਾਊਡ ਫੀਲ ਹੋ ਰਿਹਾ ਸੀ ਕਿ ਮੈਂ ਇੱਕ ਐਡੇ ਪ੍ਰੈਸਟੀਜੀਅਸ ਇੰਸਟੀਚਿਊਟ ਦੇ ਵਿੱਚ ਆ ਕੇ ਇੱਕ ਰੂਰਲ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ। ਸਰ ਬਹੁਤ ਅੱਛਾ ਲੱਗਦਾ ਹੈ ਤੇ ਬਹੁਤ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਇੰਨੇ ਜੋ ਹੈ ਨੇਕ ਇਰਾਦਿਆਂ ਵਾਲੇ ਪੇਰੈਂਟਸ ਨੇ ਜਿਨ੍ਹਾਂ ਨੇ ਮੈਨੂੰ ਇਹ ਸੋਚ ਦਿੱਤੀ ਕਿਉਂਕਿ ਆਖਿਰ ਤਾਂ ਗੱਲ ਸੋਚ ਦੀ ਹੀ ਹੁੰਦੀ ਹੈ। ਕਿਸੇ ਟਾਈਮ ਉਹ ਸੋਚ ਸੀ ਤਾਂ ਇਸ ਸਟਰੀਮ ਵੱਲ ਆਉਣ ਦਾ ਫੈਸਲਾ ਕੀਤਾ ਤਾਂ ਸਰ ਬਹੁਤ ਅੱਛਾ ਲੱਗਦਾ। ਜ਼ਿੰਦਗੀ ਦੇ ਵਿੱਚ ਤੁਸੀਂ, ਮੈਂ ਘਰਦਿਆਂ ਨੇ ਦੱਸਿਆ ਵੀ ਤੁਸੀਂ ਏਸੀ ਵੀ ਨਹੀਂ ਯੂਜ਼ ਕਰਦੇ, ਬਹੁਤ ਵਾਤਾਵਰਨ ਪ੍ਰੇਮੀ ਵੀ ਹੋ, ਇਹ ਚੀਜ਼ਾਂ ਵੀ ਹੈਲਪ ਕਰਦੀਆਂ? ਹਾਂਜੀ ਸਰ। ਔਰ ਜਿਸ ਤਰ੍ਹਾਂ ਦੇ ਸਮਾਜ ਦੇ ਵਿੱਚ ਅਸੀਂ ਅੱਜ ਰਹਿ ਰਹੇ ਹਾਂ, ਕਲਾਈਮੇਟ ਜੀ ਚੇਂਜ ਹੋ ਰਿਹਾ ਹੈ, ਜੀ। ਟੈਂਪਰੇਚਰ ਇੰਨਾ ਰਾਈਜ਼ ਹੋ ਰਿਹਾ ਹੈ ਤਾਂ ਸਾਨੂੰ ਅਸੀਂ ਸਰਕਾਰਾਂ ਵੱਲ ਅਕਸਰ ਦੇਖਦੇ ਹਾਂ ਕਿ ਸਰਕਾਰ ਨੂੰ ਇਸ ਚੀਜ਼ ਨੂੰ ਸੋਲਵ ਕਰਨ ਦੇ ਲਈ ਕੁਝ ਕਰਨਾ ਚਾਹੀਦਾ ਹੈ। ਪਰ ਆਈ ਥਿੰਕ ਜਦੋਂ ਇੱਕ ਆਮ ਇਨਸਾਨ ਆਪਣੀ ਲਾਈਫ ਸਟਾਈਲ ਦੇ ਵਿੱਚ ਚੇਂਜਸ ਨਹੀਂ ਕਰੇਗਾ ਤਾਂ ਉਦੋਂ ਤੱਕ ਅਸੀਂ ਆਪਣੇ ਕਲਾਈਮੇਟ ਨੂੰ ਗ੍ਰੀਨ ਜਾਂ ਉਸ ਨੂੰ ਅੱਛਾ ਨਹੀਂ ਬਣਾ ਸਕਦੇ। ਤਾਂ ਸਰ ਇਹ ਚੀਜ਼ਾਂ ਮੈਨੂੰ ਅੱਛੀਆਂ ਲੱਗਦੀਆਂ ਨੇ ਤੇ ਸਪੋਰਟਸ ਦੇ ਵਿੱਚ ਵੀ ਮੈਂ ਸੀ ਪਹਿਲੇ ਤਾਂ ਗਰਾਊਂਡਸ ਦੇ ਨਾਲ, ਨੇਚਰ ਦੇ ਨਾਲ ਇੱਕ ਅੱਛਾ ਰਿਲੇਸ਼ਨ ਹਮੇਸ਼ਾ ਤੋਂ ਹੀ ਰਿਹਾ ਹੈ ਤੇ ਫਿਰ ਪਿੰਡ ਤੋਂ ਹੋਣ ਦੇ ਕਾਰਨ ਵੀ ਇੱਕ ਕੁਦਰਤ ਪ੍ਰੇਮੀ ਰਹੇ ਹਾਂ ਸਰ। ਜਦੋਂ ਰਿਜ਼ਲਟ ਆ ਗਿਆ ਉਦੋਂ ਬਾਅਦ ਪਿੰਡ 'ਚ ਇੱਕ ਹੌਸਲੇ ਦੀ ਕਹਾਣੀ ਚੱਲ ਪਈ ਵੀ ਅਸੀਂ ਵੀ ਆਪਦੇ ਬੱਚਿਆਂ ਨੂੰ ਕਰਾਵਾਂਗੇ, ਇਹ ਚੇਂਜਸ ਦੇਖ ਰਹੇ ਹੋ? ਹਾਂਜੀ ਸਰ ਬਿਲਕੁਲ। ਰਿਜ਼ਲਟ ਆਉਣ ਤੋਂ ਬਾਅਦ ਤੋਂ ਹੀ ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਤੇ ਇੱਕ ਚੀਜ਼ ਮੈਂ ਵੀ ਨੋਟਿਸ ਕੀਤੀ ਕਿ ਮੋਸਟਲੀ ਗਰਲਸ ਨੂੰ ਲੈ ਕੇ ਆ ਰਹੇ ਕਿਆ ਨੇ ਬਾਤ। ਤੇ ਬਹੁਤ ਅੱਛਾ ਮਹਿਸੂਸ ਹੁੰਦਾ ਸਰ ਕਿ ਇੱਕ ਅੱਛੀ ਐਗਜ਼ਾਮਪਲ ਜਦੋਂ ਸੈੱਟ ਹੁੰਦੀ ਹੈ ਤਾਂ ਉਹਨੂੰ ਦੇਖ ਕੇ ਬਹੁਤ ਸਾਰੇ ਪੇਰੈਂਟਸ ਇੰਸਪਾਇਰ ਹੁੰਦੇ ਨੇ ਤੇ ਜੇ ਮੈਂ ਵੀ ਅੱਜ ਇੱਥੇ ਤੱਕ ਪਹੁੰਚੀ ਹਾਂ ਤਾਂ ਉਸ ਕਰਕੇ ਹੀ ਪਹੁੰਚੀ ਹਾਂ ਕਿ ਕਿਸੇ ਟਾਈਮ ਮੇਰੇ ਪੇਰੈਂਟਸ ਨੇ ਮੈਨੂੰ ਮੌਕਾ ਦਿੱਤਾ ਤੇ ਜੇ ਉਹ ਮੌਕਾ ਹੀ ਨਾ ਦਿੱਤਾ ਗਿਆ ਹੁੰਦਾ ਤਾਂ ਮੈਂ ਇੱਥੇ ਪਹੁੰਚਦੀ ਵੀ ਨਹੀਂ। ਤਾਂ ਅੱਜ ਵੀ ਪੇਰੈਂਟਸ ਅਗਰ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਿਖਾਉਣ ਦੇ ਲਈ ਅੱਗੇ ਆਉਂਦੇ ਨੇ, ਉਹਨਾਂ ਨੂੰ ਹੈਲਪ ਕਰਦੇ ਨੇ ਤਾਂ ਉਹ ਜ਼ਰੂਰ ਅੱਗੇ ਵਧਣਗੇ ਆਪਣੇ ਜਿਸ ਵੀ ਸਟਰੀਮ ਦੇ ਵਿੱਚ ਉਹ ਜਾਣਾ ਚਾਹੁੰਦੇ ਨੇ। ਹਾਂਜੀ। ਕੋਈ ਸਵਾਲ ਇਸ ਤਰ੍ਹਾਂ ਦਾ ਇਸ ਜਰਨੀ 'ਚ ਜਿਹੜਾ ਤੁਹਾਨੂੰ ਬਹੁਤ ਰੌਚਕ ਲੱਗਦਾ ਵੀ ਆਹ ਸਵਾਲ ਬਹੁਤ ਰੌਚਕ ਤੁਹਾਨੂੰ ਲੱਗਦਾ ਵੀ ਆਹ ਸਵਾਲ ਇਹਨਾਂ ਨੇ ਬਹੁਤ ਰੌਚਕ ਪੁੱਛਿਆ, ਕਿ ਕੋਈ ਸਵਾਲ ਸਾਂਝਾ ਕਰਨਾ ਚਾਹੁੰਦਾ? ਸਰ ਇਸ ਐਗਜ਼ਾਮ ਦੀਆਂ ਜੋ 3 ਸਟੇਜਸ ਮੈਂ ਦੱਸੀਆਂ ਤਾਂ ਉਹਦੇ ਵਿੱਚ ਜੋ ਪ੍ਰੀਲਿਮਸ ਹੈ ਉਹ ਬਹੁਤ ਹੀ ਡਾਈਸੀ ਹੁੰਦਾ ਜਾ ਰਿਹਾ ਹੁਣ ਤਾਂ ਤੇ ਪ੍ਰੀਲਿਮਸ ਦੇ ਵਿੱਚ ਵੀ ਬਹੁਤ ਹੀ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਡਿਫਰੈਂਟ ਤੁਹਾਨੂੰ ਸਬਜੈਕਟਸ ਬਹੁਤ ਦੇ। ਅਜੀਬ ਲੱਗਿਆ ਹੋਵੇ ਜਿਹੜਾ? ਅਖਬਾਰ ਦੇ ਡਾਟਸ ਬਾਰੇ ਵੀ ਪੁੱਛ ਲੈਂਦੇ ਆ ਕਈ ਪਿਛਲੇ ਐਗਜ਼ਾਮ ਦੇ ਵਿੱਚ ਆਇਆ ਵੀ ਜਿਹੜੇ ਉਹ 3 ਤਾਰੇ ਹੁੰਦੇ ਆ, ਕਹਿੰਦੇ ਉਹ ਕਿੱਥੇ ਲੱਗੇ ਹੁੰਦੇ ਆ। ਕਈ ਚੀਜ਼ਾਂ ਰੌਚਕ ਹੁੰਦੀਆਂ। ਕਈ ਵਾਰ ਤੁਹਾਨੂੰ ਜੇ ਕੋਈ ਸਵਾਲ ਯਾਦ ਆ ਸਾਂਝਾ ਕਰਨਾ ਚਾਹੋ ਜਿਹੜਾ ਬਹੁਤ ਅਚੰਭੇ ਵਾਲਾ ਸੀ? ਸਰ ਇਸ ਵਾਰ ਦਾ ਪ੍ਰੀ ਜੋ ਸੀ ਉਹਦੇ ਵਿੱਚ ਮੈਂ ਯਾਦ ਕਰ ਪਾ ਰਹੀ ਹਾਂ ਕਿ ਇਸ ਪ੍ਰੀਲਿਮਸ ਦੇ ਵਿੱਚ এনवायरमेंट ਦਾ ਇੱਕ ਬਹੁਤ ਵੱਡਾ ਸੈਕਸ਼ਨ ਆਉਣ ਲੱਗ ਗਿਆ ਹੈ ਤੇ এনवायरमेंट ਨੂੰ ਰਿਲੇਟਡ ਜੋ ਬੱਚੇ ਸੀ ਬਹੁਤ ਮਟੀਰੀਅਲ ਪੜ੍ਹ ਕੇ ਗਏ ਕਿ ਇਸ ਵਾਰ ਅਸੀਂ ਅਫਰੀਕਾ ਤੋਂ ਚੀਤਾ ਲੈ ਕੇ ਆਏ ਭਾਰਤ ਦੇ ਵਿੱਚ
ਤਾਂ ਬਹੁਤ ਸਾਰੇ ਸਪੀਸ਼ੀਜ਼ ਅਰਾਊਂਡ 100 ਸਪੀਸ਼ੀਜ਼ ਬੱਚੇ ਪ੍ਰਿਪੇਅਰ ਕਰਕੇ ਗਏ, ਬਟ ਕੁਐਸਚਨ ਆਇਆ ਜੋ ਸਾਨੂੰ ਪਿੰਡਾਂ ਦੇ ਵਿੱਚ ਗਿਲੈਰੀਆ ਗਾਲੜ ਬੋਲਦੇ ਹਾਂ ਜਿਸ ਨੂੰ ਅਸੀਂ, ਤਾਂ ਉਸ ਦੇ ਗਾਡੋ। ਉੱਪਰ ਕੁਐਸਚਨ ਆਇਆ। ਹਾਂਜੀ ਸਰ, ਉਹ ਮੈਨੂੰ ਥੋੜਾ ਬਹੁਤ ਅਜੀਬ ਲੱਗਿਆ ਕਿ ਮਤਲਬ ਇੰਨਾ ਕੁਝ ਪ੍ਰਿਪੇਅਰ ਕਰਨ ਦੇ ਬਾਵਜੂਦ ਵੀ ਕੁਐਸਚਨ ਉਹਨਾਂ ਨੇ ਬਹੁਤ ਹੀ ਜਨਰਲ, ਕਿ ਸਾਡੀ ਓਵਰਆਲ ਥਿੰਕਿੰਗ ਨੂੰ ਚੈੱਕ ਕਰਨ ਦੇ ਲਈ ਕਿ ਅਸੀਂ ਆਪਣੇ ਆਪ ਆਲੇ ਦੁਆਲੇ ਨੂੰ ਆਲੇ ਕਿੰਨਾ ਨੂੰ ਕੁ ਅਬਜ਼ਰਵ ਕਰਦੇ ਵਾਚ ਹਾਂ। ਕਰ ਰਹੇ ਹਾਂ ਕਿ ਨਹੀਂ ਕਰ ਹਾਂਜੀ ਰਹੇ। ਹਾਂਜੀ ਆਖਰੀ ਸਵਾਲ ਹੈ ਮੇਰਾ, ਜ਼ਿੰਦਗੀ ਦਾ ਜਿਹੜਾ ਗੋਲ ਹੈ ਬੰਦੇ ਨੂੰ ਤੁਹਾਨੂੰ ਲੱਗਦਾ ਕਦੋਂ ਕੁ ਮਿਥ ਲੈਣਾ ਚਾਹੀਦਾ, ਟਾਰਗੇਟ ਹੈ ਜਿਹੜਾ? ਆਈ ਥਿੰਕ ਸਰ ਇਹ ਪਰਸਨ ਟੂ ਪਰਸਨ ਡਿਪੈਂਡ ਕਰਦਾ ਹੈ ਤੇ ਫੈਮਿਲੀ ਦੇ ਸਰਕਮਸਟੈਂਸਿਸ ਦੇ ਉੱਪਰ ਵੀ ਡਿਪੈਂਡ ਕਰਦਾ ਹੈ। ਪਰ ਜਦੋਂ ਇੱਕ ਬੱਚਾ ਹੋਸ਼ ਸੰਭਾਲ ਲੈਂਦਾ ਹੈ ਤਾਂ ਉਸਨੂੰ ਡੈਫੀਨਿਟਲੀ ਆਪਣੀ ਜ਼ਿੰਦਗੀ ਦੇ ਗੋਲਸ ਨੂੰ ਡਿਸਾਈਡ ਕਰ ਲੈਣਾ ਚਾਹੀਦਾ ਹੈ। ਉਹ ਕਿਸ ਸਟਰੀਮ ਦੇ ਵਿੱਚ ਜਾਣਾ ਚਾਹੁੰਦਾ ਹੈ ਉਸਨੂੰ ਇਹ ਵੀ ਡਿਸਾਈਡ ਕਰ ਲੈਣਾ ਚਾਹੀਦਾ ਹੈ। ਨਹੀਂ ਤਾਂ ਅਦਰਵਾਈਜ਼ ਕੀ ਹੋਏਗਾ ਕਿ ਤੁਸੀਂ ਪੀਅਰ ਪ੍ਰੈਸ਼ਰ ਵਿੱਚ ਆ ਕੇ ਜਾਂ ਸੋਸਾਇਟੀ ਦੇ ਪ੍ਰੈਸ਼ਰ ਵਿੱਚ ਆ ਕੇ ਗਲਤ ਸਟਰੀਮ ਵਿੱਚ ਐਂਟਰ ਹੋ ਜਾਓਗੇ ਤੇ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਇਸ਼ੂਜ਼ ਆਉਂਦੇ ਨੇ ਮੈਂਟਲੀ। ਤੁਸੀਂ ਬਹੁਤ ਸਾਰੇ ਇਸ਼ੂਜ਼ ਫੇਸ ਕਰਦੇ ਹੋ ਜਾਂ ਤੁਸੀਂ ਉਸ ਸਟਰੀਮ ਦੇ ਵਿੱਚ ਇੰਨਾ ਐਕਸੈਲ ਵੀ ਨਹੀਂ ਕਰ ਪਾਉਂਦੇ ਕਿਉਂਕਿ ਤੁਸੀਂ ਇੰਟਰਸਟਿਡ ਹੀ ਨਹੀਂ ਹੁੰਦੇ ਉਸ ਚੀਜ਼ ਦੇ ਵਿੱਚ। ਤਾਂ ਬਹੁਤ ਜਲਦੀ, ਜਿੰਨਾ ਜਲਦੀ ਹੋ ਸਕੇ ਆਪਣਾ ਗੋਲ ਜ਼ਰੂਰ ਡਿਸਾਈਡ ਕਰ ਲੈਣਾ ਚਾਹੀਦਾ ਹੈ। ਇਹ ਪਰਸੈਪਸ਼ਨ ਤੋੜਤੀ ਵੀ ਕੋਚਿੰਗ ਸੈਂਟਰ ਇਹ ਉਹ ਚੀਜ਼ਾਂ ਦੀ ਬਹੁਤੀ ਲੋੜ ਨਹੀਂ ਹੁੰਦੀ। ਸਰ ਕੋਚਿੰਗ ਸੈਂਟਰਸ ਡੈਫੀਨਿਟਲੀ ਹੈਲਪ ਕਰਦੇ ਨੇ ਬੱਚਿਆਂ ਨੂੰ ਕਨਸਾਈਜ਼ ਵੇ ਦੇ ਵਿੱਚ ਮਟੀਰੀਅਲ ਦਿੰਦੇ ਨੇ, ਬਟ ਸਰ ਬਹੁਤ ਸਾਰੇ ਹਰ ਸਾਲ ਹੀ ਇਹੋ ਜਿਹੇ ਕਈ ਵਾਰੀ ਐਗਜ਼ਾਮਪਲਸ ਬੰਦਾ ਹੁੰਦੇ ਨੇ। ਅਫੋਰਡ ਵੀ ਨਹੀਂ ਕਰ ਸਕਦਾ। ਹਾਂਜੀ ਇਹ ਵੀ ਹਾਂਜੀ ਪੋਸੀਬਿਲਿਟੀ ਹੁੰਦੀ ਹੈ ਵੀ ਨਹੀਂ ਅਫੋਰਡ ਕਰ ਸਕਦੇ। ਕੁਝ ਹਾਂਜੀ ਬੱਚੇ ਹੋ ਸਕਦਾ ਆਪਣੀ ਗੱਲਬਾਤ ਦੇਖ ਰਹੇ ਹੋਣ, ਉਹ ਅਫੋਰਡ ਨਹੀਂ ਕਰ ਸਕਦੇ ਹੋਣਗੇ, ਪਰ ਤੁਸੀਂ ਇੱਕ ਐਗਜ਼ਾਮਪਲ ਹੋ ਕਿ ਜੇ ਨਹੀਂ ਅਫੋਰਡ ਕਰ ਸਕਦੇ ਤਾਂ ਵੀ ਕੀਤਾ ਜਾ ਸਕਦਾ। ਹਾਂਜੀ ਸਰ ਬਿਲਕੁਲ। ਔਰ ਮੈਂ ਸਰ ਇਹੀ ਕਹਾਂਗੀ ਕਿ ਮੈਂ ਹੀ ਨਹੀਂ ਬਹੁਤ ਸਾਰੇ ਹਰ ਸਾਲ ਹੀ UPSC ਦੇ ਜਦੋਂ ਫਾਈਨਲ ਰਿਜ਼ਲਟ ਆਉਂਦਾ ਹੈ ਤਾਂ ਬਹੁਤ ਸਾਰੇ ਐਸੇ ਕੈਂਡੀਡੇਟਸ ਹੁੰਦੇ ਨੇ ਜੋ ਬਹੁਤ ਹੀ ਹੰਬਲ ਬੈਕਗ੍ਰਾਉਂਡ ਤੋਂ ਆ ਕੇ ਬਿਨਾਂ ਕਿਸੇ ਕੋਚਿੰਗ ਤੋਂ ਇਸ ਐਗਜ਼ਾਮ ਨੂੰ ਕਲੀਅਰ ਕਰਦੇ ਨੇ। ਤਾਂ ਮਤਲਬ ਮੇਨ ਚੀਜ਼ ਇਹੀ ਹੈ ਕਿ ਤੁਸੀਂ ਇਸ ਐਗਜ਼ਾਮ ਨੂੰ ਅੰਡਰਸਟੈਂਡ ਕਰਨਾ ਹੈ। ਅਗਰ ਤੁਸੀਂ ਇਸ ਦੀ ਡਿਮਾਂਡ ਨੂੰ ਸਮਝ ਲਿਆ, ਤੁਹਾਡੇ ਕੋਲ ਮਟੀਰੀਅਲ ਦੀ ਐਕਸੈਸ ਹੈ ਤਾਂ ਤੁਸੀਂ ਘਰ ਬੈਠੇ ਵੀ ਕਰ ਸਕਦੇ ਇੰਟਰਨੈਟ ਹੋ। ਵੀ ਬਹੁਤ ਵਧੀਆ ਸਾਧਨ। ਹਾਂਜੀ ਸਰ ਬਿਲਕੁਲ, ਇੰਟਰਨੈਟ ਦੀ ਮਦਦ ਦੇ ਨਾਲ ਹੀ ਇਹ ਪੋਸੀਬਲ ਹੋਇਆ ਹੈ ਸਰ। ਬਹੁਤ ਚੰਗਾ ਲੱਗਿਆ, ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ। ਤੇ ਥੈਂਕ ਯੂ ਤੁਸੀਂ UPSC ਨੂੰ ਕਲੀਅਰ ਕਰਕੇ ਆਏ ਹੋ, ਐਨਵਾਇਰਨਮੈਂਟ ਦੀ ਗੱਲ ਕੀਤੀ ਹੈ। ਤੁਸੀਂ ਜਦੋਂ ਉਸ ਕੁਰਸੀ ਤੇ ਬੈਠੋ ਤਾਂ ਇਸ ਪੰਜਾਬ ਲਈ, ਇਸ ਮਿੱਟੀ ਲਈ, ਇਸ ਸਾਡੇ ਦੇਸ਼ ਦੀ ਮਿੱਟੀ ਲਈ ਜ਼ਰੂਰ ਚੰਗਾ ਕਰੋ, ਆਸ ਕਰਦੇ ਹਾਂ ਹਾਂਜੀ ਤੁਹਾਡਾ। ਸਰ, ਬਹੁਤ ਧੰਨਵਾਦ ਟਾਈਮ ਦੇ। ਥੈਂਕ ਯੂ ਸਰ। ਪੂਨਮ ਕੰਬੋਜ ਨਾਲ ਗੱਲਬਾਤ ਕਰਕੇ ਬੜਾ ਚੰਗਾ ਲੱਗਿਆ। ਇਸ ਪਿੱਪਲ ਦੀ ਜਿਹੜੀ ਕਹਾਣੀ ਹੈ ਇਹਨੇ ਵੰਡ ਵੀ ਵੇਖੀ ਹੈ ਤੇ ਇਹ ਉਸ ਬੱਚੀ ਨੂੰ ਵੀ ਇਹਨੇ ਆਪਣੀ ਆਕਸੀਜਨ ਦੇ ਨਾਲ ਪਾਲਿਆ, ਜਿਹਨੇ ਅੱਜ ਤੋਂ ਕੁਝ ਸਮੇਂ ਬਾਅਦ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਉਹਨੇ ਆਪਣੀਆਂ ਸੇਵਾਵਾਂ ਦੇ। ਛੋਟੇ ਛੋਟੇ ਪਿੰਡਾਂ ਦੀਆਂ ਛੋਟੀਆਂ ਛੋਟੀਆਂ ਕਹਾਣੀਆਂ, ਬੜੇ ਹੌਸਲੇ, ਆਪਣੇ ਬੱਚਿਆਂ ਦਾ ਮਾਨਸਿਕ ਲੈਵਲ ਵੱਡਾ ਕਰੋ। ਜਿੱਤ ਦੂਰ ਨਹੀਂ ਹੈ। ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।